नरेंद्र मोदी जी ਨੂੰ ਪ੍ਰਧਾਨ ਮੰਤਰੀ ਨੂੰ ਅਸੀਂ ਗੱਲ ਸਪਸ਼ਟ ਕੀਤੀ ਹੈ ਕਿ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਦਿਹਾੜਾ ਮਨਾ ਰਹੇ ਹੋ 20 ਤੇ 21 ਅਪ੍ਰੈਲ ਨੂੰ। ਬੜੀ ਅੱਛੀ ਗੱਲ ਹੈ, ਅਸੀਂ ਵੈਲਕਮ ਕਰਦੇ ਹਾਂ, ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਜੇਕਰ ਦਿਹਾੜੇ ਮਨਾਣੇ ਨੇ ਤੇ ਕਰਨੀ ਆਪਣੀ ਮਰਜ਼ੀ ਹੈ ਤੇ ਸਿੱਖ ਕੌਮ ਦਾ ਲਹੂ ਹੋਰ ਨਿਚੋੜਨਾ ਹੈ ਤੇ ਮੈਂ ਸਮਝਦਾ ਕਿ ਇਹੋ ਜਿਹੇ ਵੀ ਦਿਹਾੜੇ ਮਨਾਉਣ ਦਾ ਮਤਲਬ ਹੈ ਕਿ ਤੁਹਾਡੇ ਡਬਲ ਸਟੈਂਡਰਡਸ ਨੇ। ਮੂੰਹ 'ਤੇ ਕੁਛ ਹੈ ਤੇ ਮਨ ਵਿੱਚ ਕੁਛ ਹੋਰ ਹੈ। ਕਿ ਅਸੀਂ ਆਪਣੀ ਚਿੱਠੀ ਦੇ ਵਿੱਚ ਇਹ 3 ਨੁਕਤੇ ਜਿਹੜੇ ਨੇ ਬੰਦੀ ਸਿੰਘਾਂ ਦੀ ਰਿਹਾਈ, ਨੰਬਰ 2 ਕਿ ਜਿਹੜੇ ਗੁਰਦੁਆਰੇ ਢਾਹ 'ਤੇ ਗਏ ਨੇ ਉਹਨਾਂ ਦੀ ਉਸਾਰੀ, ਨੰਬਰ 3 ਕਿ ਸਿੱਖ ਇੱਕ ਵੱਖਰੀ ਕੌਮ ਹੈ, ਇਸ ਨੂੰ ਤਸਲੀਮ ਕੀਤਾ ਜਾਣਾ ਚਾਹੀਦਾ ਹੈ। ਜਿਸ ਵੇਲੇ ਅਸੀਂ ਵੱਖਰੀ ਕੌਮ ਦੀ ਗੱਲ ਕਰਦੇ ਹਾਂ ਅਸੀਂ ਵੱਖਵਾਦੀ ਗਿਣੇ ਜਾਂਦੇ ਹਾਂ। ਜਿਸ ਵੇਲੇ ਅਸੀਂ ਇਹਨਾਂ ਦੀ ਬੋਲੀ ਬੋਲ ਕੇ ਹਾਂ ਨਾਲ ਹਾਂ ਮਿਲਾ ਦਈਏ ਫਿਰ ਅਸੀਂ ਰਾਸ਼ਟਰਵਾਦੀ ਹੋ ਜਾਂਦੇ ਹਾਂ। ਅਗਰ ਕਾਨੂੰਨ ਦੇ ਤੌਰ 'ਤੇ ਕੇਜਰੀਵਾਲ ਹੁਣਾਂ ਨੂੰ ਮੈਂ ਸੱਦਾ ਦਿੰਦਾ ਕਿ ਕੇਜਰੀਵਾਲ ਆ ਕੇ ਇੱਥੇ ਕੁਰਸੀ 'ਤੇ ਬਹਿ ਜਾਣ, ਦੂਜੇ ਪਾਸੇ ਅਸੀਂ ਬੈਠਾਂਗੇ, ਅਸੀਂ ਡਾਕੂਮੈਂਟਸ ਦੇ ਬੇਸ 'ਤੇ ਗੱਲ ਕਰਾਂਗੇ, ਉਹ ਸਾਨੂੰ ਦੱਸ ਦੇਣ ਕਿ ਫਾਈਲ ਦਾ ਸਟੇਟਸ ਕੀ ਹੈ ਅਤੇ ਅਸੀਂ ਦੱਸ ਦਿਆਂਗੇ ਕਾਨੂੰਨ ਕੀ ਕਹਿੰਦਾ। ਅਸੀਂ ਜੰਗ ਦੇ ਮੈਦਾਨ ਵਿੱਚ ਹੋਈਏ ਤਾਂ ਵੀ ਆਸ਼ਾਵਾਦੀ ਹਾਂ। ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕਰਦੀਆਂ ਸਾਡੀ ਮਾਵਾਂ ਪੀਸਦੀਆਂ ਰਹੀਆਂ, ਉਹ ਵੀ ਆਸ਼ਾਵਾਦੀ ਸੀਗੀਆਂ। ਚਰਖੜੀਆਂ 'ਤੇ ਜਦ ਚੜ੍ਹਦੇ ਹਾਂ ਨਾ, ਬੰਦ ਕਟਾਉਂਦੇ ਹਾਂ ਤਾਂ ਉਸ ਵੇਲੇ ਵੀ ਅਸੀਂ ਆਸ਼ਾਵਾਦੀ ਹੁੰਦੇ ਹਾਂ। ਚਿੱਠੀ ਲਿਖੀ ਹੈ ਤਾਂ ਵੀ ਅਸੀਂ ਆਸ਼ਾਵਾਦੀ ਹਾਂ, ਪ੍ਰੋਟੈਸਟ ਕਰਾਂਗੇ ਤਾਂ ਵੀ ਆਸ਼ਾਵਾਦੀ ਹਾਂ। ਅਗਰ ਮੈਂ ਇਹ ਕਹਾਂ ਕਿ ਆਪ ਦੀ ਹਨੇਰੀ ਕਰਕੇ ਬਾਦਲ ਪਰਿਵਾਰ ਰਾਈਟ ਆਫ ਹੋ ਗਿਆ, ਮੈਂ ਸਮਝਦਾ ਕਿ ਨਹੀਂ, ਇਹ ਅਕਾਲ ਪੁਰਖ ਦੀ ਖੇਡ ਵਰਤੀ ਹੈ ਔਰ ਉਸ ਖੇਡ ਵਿੱਚ ਕਾਰਨ ਕੀ ਬਣਿਆ, ਇਹਨਾਂ ਲੋਕਾਂ ਨੇ ਝੂਠੀਆਂ ਸਹੁੰਆਂ ਚੁੱਕੀਆਂ, ਇਹਨਾਂ ਨੇ ਗੁਰਮੀਤ ਰਾਮ ਰਹੀਮ ਨਾਲ ਯਾਰੀ ਪਾ ਕੇ ਰੱਖੀ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਮਿੱਥ ਕੇ ਕੀਤੀਆਂ। ਨਿਸ਼ਚੈ ਕਰ ਆਪਣੀ ਜੀਤ ਕਰੋ। ਉਸ ਵੇਲੇ ਤਾਂ ਦੇਸ਼ ਸ਼ਿਵਾ ਵਰ ਮੋਹੇ ਦੇ ਜਿਹੜੇ ਨੇ ਉਹ ਸ਼ਬਦ ਚਲਾਏ ਜਾਂਦੇ ਨੇ, ਉਸ ਵੇਲੇ ਵੰਦੇ ਮਾਤਰਮ ਵਾਲੇ ਕਿੱਥੇ ਚਲ ਜਾਂਦੇ ਨੇ? ਵੰਦੇ ਮਾਤਰਮ ਵਾਲੇ ਨਜ਼ਰ ਨਹੀਂ ਆਉਂਦੇ। ਅੱਜ ਅਗਰ ਕੋਈ ਦੇਸ਼ ਭਾਰਤ 'ਤੇ ਅਟੈਕ ਕਰਦੇ ਨਾ ਤੇ ਵੰਦੇ ਮਾਤਰਮ ਵਾਲੇ ਜਿਹੜੇ ਰਜਾਈਆਂ ਪਿਲਾ ਕੇ ਸੁੱਤੇ ਹੋਣਗੇ, ਉੱਥੇ ਫਿਰ ਕਲਗੀਧਰ ਪਾਤਸ਼ਾਹ ਦਾ ਖਾਲਸਾ ਹੀ ਬੋਲਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਹੈ। ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਇਹ ਪੱਤਰ ਲਿਖਿਆ ਗਿਆ ਹੈ। ਕੀ ਹੈ ਇਸ ਪੱਤਰ ਦੇ ਵਿੱਚ? ਗੱਲਬਾਤ ਕਰ ਰਹੇ ਨੇ ਪ੍ਰੋਫੈਸਰ ਬਲਜਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਜਿਹੜਾ ਪੱਤਰ ਲਿਖਿਆ ਗਿਆ ਵਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਕੀ ਮੁੱਖ ਵਿੱਚ ਕੀ ਮੰਗਾਂ ਰੱਖੀਆਂ ਗਈਆਂ? ਇਹ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਹ ਚਿੱਠੀ ਅਸੀਂ ਲਿਖਣ ਵਾਸਤੇ ਸਾਨੂੰ ਕਿਉਂ ਮਜਬੂਰ ਹੋਣਾ ਪਿਆ, ਉਹਦੇ ਬਾਅਦ ਮੈਂ ਦੱਸਾਂਗਾ ਕਿ ਅੱਜ ਕੀ ਲਿਖਿਆ ਹੈ। ਅਸੀਂ ਸਮਝਦੇ ਹਾਂ ਕਿ ਸਰਕਾਰ ਜਿਸ ਵੇਲੇ ਸਿੱਖ ਗੁਰੂ ਸਾਹਿਬਾਨ ਦੇ ਪਵਿੱਤਰ ਦਿਹਾੜੇ, ਚਾਹੇ ਉਹ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਹੋਏ, ਚਾਹੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਸਰਕਾਰੀ ਤੌਰ 'ਤੇ ਮਨਾਇਆ ਜਾ ਰਿਹਾ ਹੈ, ਅਸੀਂ ਕਹਿੰਦੇ ਹਾਂ ਕਿ ਠੀਕ ਹੈ, ਤੁਸੀਂ ਅਗਰ ਇਹ ਦਿਹਾੜੇ ਮਨਾ ਰਹੇ ਹੋ, ਮੁਬਾਰਕਬਾਦ ਹੈ। ਇੱਕ ਤਾਂ ਸਿੱਖ ਪਰੰਪਰਾਵਾਂ ਦੇ ਅਨੁਸਾਰ ਇਹ ਮਨਾਏ ਜਾਣੇ ਚਾਹੀਦੇ ਨੇ, ਪਹਿਲੀ ਗੱਲ। ਦੂਸਰੀ ਗੱਲ ਹੈਗੀ ਹੈ ਕਿ ਜਿਹਨਾਂ ਗੁਰੂਆਂ ਦੇ ਤੁਸੀਂ ਇਤਿਹਾਸਿਕ ਦਿਹਾੜੇ ਮਨਾਉਣ ਦਾ ਦਾਅਵਾ ਕਰਦੇ ਹੋ, ਮਨਾ ਰਹੇ ਹੋ ਅਤੇ ਸਿੱਖ ਸੰਗਤਾਂ ਤੱਕ ਇਹ ਮੈਸੇਜ ਦੇ ਰਹੇ ਹੋ, ਤਾਂ ਫਿਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੀ ਸਰਕਾਰ ਦੇ ਵਿੱਚ ਉਸ ਪ੍ਰਕਾਰ ਦੇ ਕਾਰ ਵਿਹਾਰ ਕਰਨ। ਜੇਕਰ ਦਿਹਾੜੇ ਮਨਾਣੇ ਨੇ ਤੇ ਕਰਨੀ ਆਪਣੀ ਮਰਜ਼ੀ ਹੈ ਤੇ ਸਿੱਖ ਕੌਮ ਦਾ ਲਹੂ ਹੋਰ ਨਿਚੋੜਨਾ ਹੈ ਤੇ ਮੈਂ ਸਮਝਦਾ ਕਿ ਇਹੋ ਜਿਹੇ ਵੀ ਦਿਹਾੜੇ ਮਨਾਉਣ ਦਾ ਮਤਲਬ ਹੈ ਕਿ ਤੁਹਾਡੇ ਡਬਲ ਸਟੈਂਡਰਡਸ ਨੇ। ਮੂੰਹ 'ਤੇ ਕੁਛ ਹੈ ਤੇ ਮਨ ਵਿੱਚ ਕੁਛ ਹੋਰ ਹੈ। ਕੀ ਐਗਜ਼ਾਮਪਲ ਹੈ ਤੁਹਾਨੂੰ? ਮੈਂ ਦੱਸਦਾ ਇਸੇ ਕਰਕੇ। ਸੋ ਇਸ ਚੀਜ਼ ਨੂੰ ਅਸੀਂ ਆਪਣੀ ਚਿੱਠੀ ਦੇ ਵਿੱਚ ਬੜਾ ਸਪਸ਼ਟ ਤੌਰ 'ਤੇ ਨਰਿੰਦਰ ਮੋਦੀ ਜੀ ਨੂੰ, ਪ੍ਰਧਾਨ ਮੰਤਰੀ ਨੂੰ ਅਸੀਂ ਗੱਲ ਸਪਸ਼ਟ ਕੀਤੀ ਹੈ ਕਿ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਦਿਹਾੜਾ ਮਨਾ ਰਹੇ ਹੋ 20 ਤੇ 21 ਅਪ੍ਰੈਲ ਨੂੰ। ਬੜੀ ਅੱਛੀ ਗੱਲ ਹੈ, ਅਸੀਂ ਵੈਲਕਮ ਕਰਦੇ ਹਾਂ, ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਲੇਕਿਨ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ
ਔਰੰਗਜ਼ੇਬ ਦੇ ਜ਼ੁਲਮ ਤੋਂ ਇੱਕ ਹਿੰਦੂ ਧਰਮ ਜਿਨ੍ਹਾਂ ਨੇ ਆ ਕਰਕੇ ਗੁਰੂ ਦੇ ਕੋਲੋਂ ਆ ਕਰਕੇ ਉਹਨਾਂ ਦੀ ਮਦਦ ਮੰਗੀ, ਸ਼ਰਨ ਆ ਗਏ, ਸ਼ਰਨ ਆਏ ਤੇ ਸਕੰਠ ਲਾਏ ਵਾਲਾ ਉਪਦੇਸ਼, ਤੇ ਉਸ ਹਿੰਦੂ ਧਰਮ ਦੀ ਰੱਖਿਆ ਵਾਸਤੇ, ਮਨੁੱਖਤਾ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀ। ਹੁਣ ਗੁਰੂ ਸਾਹਿਬ ਦੇ ਜਿਹੜੇ ਆਦਰਸ਼ ਨੇ ਉਹਨਾਂ ਨੂੰ ਤੁਸੀਂ ਜੇ 400 ਸਾਲਾਂ 'ਤੇ ਨਾ ਪੂਰੇ ਕਰੋ। ਗੁਰੂ ਸਾਹਿਬ ਨੇ ਤਾਂ ਮਨੁੱਖੀ ਅਧਿਕਾਰਾਂ ਵਾਸਤੇ, ਹਿਊਮਨ ਰਾਈਟਸ ਵਾਸਤੇ ਸਭ ਕੁਝ ਕੁਰਬਾਨ ਕਰਤਾ। ਪਹਿਲੇ ਪਾਤਸ਼ਾਹ ਨੇ ਵੀ ਜਿਸ ਵੇਲੇ ਬਾਬਰ ਦੀ ਗੱਲ ਕੀਤੀ ਹੈ ਤਾਂ ਉਸ ਵੇਲੇ ਵੀ ਗੱਲ ਮਨੁੱਖੀ ਅਧਿਕਾਰਾਂ ਦੀ ਕੀਤੀ। ਤਾਂ ਕਹਿਣ ਦਾ ਮਤਲਬ ਹੈ ਕਿ ਅਸਲ 'ਚ 3 ਗੱਲਾਂ ਲਿਖੀਆਂ ਨੇ। ਨੰਬਰ 1 ਕਿ ਸਾਡੇ ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ। 550 ਸਾਲਾਂ ਦਾ ਵੀ ਉਹਨਾਂ ਨੂੰ ਚੇਤੇ ਕਰਾਇਆ ਸੀ। ਅਤੇ ਨਾਲ ਦੇ ਨਾਲ ਅਸੀਂ ਇਹ ਕਿਹਾ ਕਿ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ, ਭਾਈ ਗੁਰਦੀਪ ਸਿੰਘ ਖਹਿੜਾ ਨੇ, ਭਾਈ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਤਾਰਾ ਜੀ ਪਿਉਰਾ ਜੀ, ਭਾਈ ਲਖਵਿੰਦਰ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਅਸੀਂ ਸਾਰਿਆਂ ਦੀ ਗੱਲ ਕੀਤੀ ਆ। ਉਹ ਜੇ ਪਿਕ ਐਂਡ ਚੂਜ਼ ਨਹੀਂ ਕੀਤਾ, ਈਵਨ ਰਾਜੋਆਣਾ ਦਾ ਨਾਮ ਵਿੱਚ ਪਾਇਆ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿਉਂਕਿ ਇਹਨਾਂ ਸਿੰਘਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਿੱਖ ਕੌਮ ਲਈ। ਅਸੀਂ ਉਹਨਾਂ ਦੀ ਆਵਾਜ਼ ਬੁਲੰਦ ਪਹਿਲਾਂ ਵੀ ਕੀਤੀ ਸੀ, ਹੁਣ ਵੀ ਕਰ ਰਹੇ ਹਾਂ, ਅਤੇ ਪ੍ਰਧਾਨ ਮੰਤਰੀ ਨੂੰ ਲਿਖ ਕੇ ਇਹ ਚਿੱਠੀ ਜਿਹੜੀ ਪਾਈ ਗਈ ਹੈ, ਇਸ ਦਾ ਮੈਂ ਇੰਗਲਿਸ਼ ਟਰਾਂਸਲੇਸ਼ਨ ਕਰਕੇ ਕੁਝ ਵਿਦੇਸ਼ਾਂ ਵਿੱਚ ਵੀ ਭੇਜਾਂਗਾ, ਜਿਹਦੇ ਨਾਲ ਕਿ ਬਾਹਰਲੀਆਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਬਈ ਇਸ ਪ੍ਰਕਾਰ ਦਾ ਮੂਵ ਜਿਹੜਾ ਹੈ ਉਹ ਹਵਾਰਾ ਕਮੇਟੀ ਨੇ ਚਲਾਇਆ। ਸਿੱਖ ਕੌਮ ਦੀ ਅਸੀਂ ਰਿਪਰੈਜ਼ੈਂਟੇਸ਼ਨ ਕਰ ਰਹੇ ਹਾਂ, ਨੁਮਾਇੰਦਗੀ ਕਰ ਰਹੇ ਹਾਂ ਸਿੱਖ ਮੁੱਦਿਆਂ ਦੀ। ਤਾਂ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਵਿਕਟੀਮਾਈਜੇਸ਼ਨ ਕੀਤੀ ਜਾ ਰਹੀ ਹੈ, ਅਸੀਂ ਚਾਹੁੰਦੇ ਹਾਂ ਭਾਰਤ ਦਾ ਇਹ ਮੁੱਦਾ ਭਾਰਤ ਤੱਕ ਸੀਮਿਤ ਰਹੇ ਅਤੇ ਸਾਡੇ ਬੰਦੀ ਸਿੰਘ ਜਿਹੜੇ ਨੇ 400 ਸਾਲਾਂ 'ਤੇ ਰਿਹਾਈ ਕੀਤੇ ਜਾਣ। ਨੰਬਰ 1। ਦੂਜੀ ਗੱਲ ਅਸੀਂ ਲਿਖੀ ਹੈ ਕਿ ਸਾਰੇ ਸਿੱਖ ਜਗਤ ਨੂੰ ਪਤਾ ਹੈ ਸਿੱਖਾਂ ਦੇ ਕੁਝ ਗੁਰਦੁਆਰੇ ਭਾਜਪਾ ਦੇ ਰਾਜਕਾਲ ਦੇ ਵਿੱਚ ਢਾਏ ਗਏ ਨੇ, ਜਿਨ੍ਹਾਂ ਵਿੱਚੋਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਗਏ ਸੀਗੇ, ਗਿਆਨ ਗੋਜਰੀ ਗੁਰਦੁਆਰਾ, ਡਾਂਗਮਾਰ ਗੁਰਦੁਆਰਾ, ਇਹ ਗੁਰਦੁਆਰੇ ਜਿਹੜੇ ਸੀ ਢਾਹ 'ਤੇ ਗਏ। ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾ ਰਹੇ ਹੋ ਕਿ ਉਹਨਾਂ ਗੁਰਦੁਆਰਿਆਂ ਨੂੰ ਦੁਬਾਰਾ ਉਸਾਰੀ ਕਰਕੇ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ। ਦੇਖ ਸੰਭਾਲ ਜਿਹੜੀ ਹੈ ਉਹ ਸਿੱਖ ਕੌਮ ਖੁਦ ਕਰੇ। ਅਸੀਂ ਇਹ ਮੰਗ ਵੀ ਮੰਨੀ ਕੀਤੀ ਹੈ। ਅਗਲੀ ਗੱਲ ਜਿਹੜੀ ਅਸੀਂ ਕੀਤੀ ਹੈ, ਤੀਸਰੀ ਗੱਲ, ਉਹ ਇਹ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਕੌਮ ਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਨੇਸ਼ਨ। ਸੋ ਇੱਕ ਮੁਲਕ ਦੇ ਵਿੱਚ ਕਈ ਕੌਮਾਂ ਰਹਿ ਸਕਦੀਆਂ ਨੇ, ਅਤੇ ਸਿੱਖ ਤਾਂ ਜਿਹੜਾ ਹੈ ਉਹ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਦੇਸ਼ ਵਿੱਚ ਜਾਏ ਆਪਣੀ ਨਿਆਰੇਪਨ ਨੂੰ ਵੀ ਮੇਨਟੇਨ ਕਰਦਾ ਹੈ ਅਤੇ ਉਸ ਦੇਸ਼ ਦੇ ਵਿੱਚ ਰਹਿ ਕਰਕੇ ਆਪਣੀ ਇੱਕ ਜਗ੍ਹਾ ਬਣਾਉਂਦਾ ਹੈ, ਉੱਥੇ ਸੇਵਾ ਕਰਦਾ ਹੈ, ਇਰਰਿਸਪੈਕਟਿਵ ਆਫ ਐਨੀ ਕਾਸਟ ਕ੍ਰੀਡ। ਅਤੇ ਸਿੱਖ ਇੱਕ ਵੱਖਰੀ ਕੌਮ ਹੈ। ਸਾਡਾ ਆਪਣਾ ਇੱਕ ਇਤਿਹਾਸ ਹੈ, ਸਾਡੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਸਾਡੀ ਆਪਣੀਆਂ ਧਾਰਮਿਕ ਰਹੂ ਰੀਤੀਆਂ ਨੇ, ਸਾਡੀ ਆਪਣੀ ਇੱਕ ਬੋਲੀ ਹੈ। ਅਸੀਂ ਇੱਕ ਵੱਖਰੇ ਅੰਦਾਜ਼ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ। ਸਾਡੇ ਕੋਲ ਜਿਹੜੀ ਕੌਮ ਦੀਆਂ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ, ਜੋ ਫੀਚਰਸ ਹੋਣੇ ਚਾਹੀਦੇ ਨੇ, ਉਹ ਸਾਰੇ ਦੇ ਸਾਰੇ ਫੀਚਰਸ ਸਿੱਖ ਕੌਮ ਕੋਲ ਹੈਗੇ ਨੇ। ਸੋ ਸਿੱਖ ਇਸ ਚੀਜ਼ ਤੋਂ ਬੜਾ ਪੀੜਿਤ ਹੈ ਕਿ ਵੀ ਕਾਨੂੰਨੀ ਤੌਰ ਦੇ ਉੱਤੇ ਉਹਨੂੰ ਇੱਕ ਹਿੰਦੂ ਦੇ ਤੌਰ 'ਤੇ ਟਰੀਟ ਕੀਤਾ ਜਾਂਦਾ ਹੈ। ਜੇਕਰ ਗੱਲ ਕਰੀਏ ਹਿੰਦੂ ਮੈਰਿਜ ਐਕਟ ਦੀ ਤਾਂ ਉੱਥੇ ਵੀ ਹਿੰਦੂ ਮੰਨਿਆ ਜਾਂਦਾ ਹੈ। ਅਗਰ ਹਿੰਦੂ ਸਕਸੈਸ਼ਨ ਐਕਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮੌਤ ਦੇ ਬਾਅਦ ਜਿਹੜੀ ਪ੍ਰੋਪਰਟੀਜ਼ ਟ੍ਰਾਂਸਫਰ ਹੁੰਦੀਆਂ ਨੇ ਸਕਸੈਸ਼ਨ ਦੀਆਂ, ਉਹਦੇ ਵਿੱਚ ਵੀ ਸਾਡੇ ਹਿੰਦੂ ਲਾਜ਼ ਲੱਗਦੇ ਨੇ। ਇਸ ਪ੍ਰਕਾਰ ਸਾਡੇ 4-5 ਐਕਟ ਐਸੇ ਨੇ ਜੋ ਹਿੰਦੂਆਂ 'ਤੇ ਅਪਲਾਈ ਹੋ ਰਹੇ ਨੇ, ਉਹ ਸਿੱਖਾਂ 'ਤੇ ਅਪਲਾਈ ਹੋ ਰਹੇ ਨੇ। ਸਿੱਖ ਇੱਕ ਵੱਖਰੀ ਕੌਮ ਹੈ, ਸਾਡਾ ਆਪਣਾ ਇੱਕ ਨਿਆਰਾ ਦਿੱਖ ਹੈ, ਸਾਡੀ ਆਪਣੀ ਇੱਕ ਰਹਿਣੀ ਬਹਿਣੀ ਵੱਖਰੀ ਹੈ। ਉਹ ਸਾਨੂੰ ਜਿਹੜੀ ਹੈ ਰਹਿਣੀ ਬਹਿਣੀ, ਉਹਦੇ ਵਾਸਤੇ ਕਿਸੇ ਕੋਲੋਂ ਭੀਖ ਮੰਗਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਨਿਆਰਾਪਨ ਗੁਰਬਾਣੀ ਦੇ ਰਾਹੀਂ ਬਖਸ਼ਿਆ ਅਤੇ ਸਾਨੂੰ ਇਸ ਚੀਜ਼ ਨੂੰ ਦ੍ਰਿੜ ਕਰਾਇਆ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸਾਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਨਿਆਰਾਪਨ ਮੇਨਟੇਨ ਕਰਕੇ ਰੱਖਣਾ ਹੈ, ਬਾਈ ਕੰਡਕਟ ਆਲਸੋ, ਬਾਈ ਦਿੱਖ ਆਲਸੋ, ਠੀਕ ਹੈ। ਸੋ ਇਸ ਕਰਕੇ ਅਸੀਂ ਉਹਨਾਂ ਨੂੰ, ਨਰਿੰਦਰ ਮੋਦੀ ਨੂੰ ਇਹ ਵੀ ਗੁਜ਼ਾਰਿਸ਼ ਕੀਤੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ।
ਹੋਰ ਉਸ ਵੱਖਰੀ ਕੌਮ ਨੂੰ ਤੁਸੀਂ ਕਾਨੂੰਨੀ ਤੌਰ 'ਤੇ ਕੌਨਸਟੀਟਿਊਸ਼ਨਲੀ ਤਸਲੀਮ ਕਰੋ। ਇਹ ਗੱਲ ਜਿਹੜੀ ਹੈ ਅਸੀਂ ਬੜੇ ਪਹਿਲਾਂ ਵੀ ਉਠਾਈ ਸੀ, ਸਿੱਖਾਂ ਨੇ 1982 ਵਿੱਚ ਉੱਠੀ ਸੀ ਗੱਲ। ਅਤੇ ਜਿਸ ਵੇਲੇ ਅਸੀਂ ਇਹੋ ਜਿਹੀ ਕੋਈ ਗੱਲ ਕਰਦੇ ਹਾਂ, ਦੁਖਾਂਤ ਇਹ ਹੈ ਸਾਰਾ ਆਲੇ ਦੁਆਲੇ ਮੀਡੀਆ ਇਕੱਠਾ ਹੋ ਜਾਂਦਾ। ਉਹ ਕਹਿੰਦੇ ਜੀ ਇਹ ਅੱਤਵਾਦੀ ਨੇ, ਜੀ ਇਹ ਵੱਖਵਾਦੀ ਨੇ। ਬਈ ਅਸੀਂ ਤਾਂ ਕਲਗੀਧਰ ਪਾਤਸ਼ਾਹ ਦੀ ਗੱਲ ਕਰ ਰਹੇ ਹਾਂ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਭਾਈ ਗੁਰਦਾਸ ਜੀ ਦੀ ਵਾਰਾਂ ਨੇ। ਐਸੇ ਗੁਰਬਾਣੀ ਦੇ ਰਾਹੀਂ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਨੇ, ਢੇਰ ਸਾਰੇ, ਜਿਹਦੇ ਵਿੱਚ ਕਿ ਸਪਸ਼ਟ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਜਿਸ ਵੇਲੇ ਅਸੀਂ ਵੱਖਰੀ ਕੌਮ ਦੀ ਗੱਲ ਕਰਦੇ ਹਾਂ, ਅਸੀਂ ਵੱਖਵਾਦੀ ਗਿਣੇ ਜਾਂਦੇ ਹਾਂ। ਜਿਸ ਵੇਲੇ ਅਸੀਂ ਇਹਨਾਂ ਦੀ ਬੋਲੀ ਬੋਲ ਕੇ ਹਾਂ ਨਾਲ ਹਾਂ ਮਿਲਾ ਦਈਏ, ਫਿਰ ਅਸੀਂ ਰਾਸ਼ਟਰਵਾਦੀ ਹੋ ਜਾਂਦੇ ਹਾਂ। ਸੋ ਕਹਿਣ ਤੋਂ ਮਤਲਬ ਇਹ ਹੈਗਾ ਹੈ ਕਿ ਅਸੀਂ ਆਪਣੀ ਚਿੱਠੀ ਦੇ ਵਿੱਚ ਇਹ 3 ਨੁਕਤੇ ਜਿਹੜੇ ਨੇ, ਬੰਦੀ ਸਿੰਘਾਂ ਦੀ ਰਿਹਾਈ, ਨੰਬਰ 2 ਕਿ ਜਿਹੜੇ ਗੁਰਦੁਆਰੇ ਢਾਹ 'ਤੇ ਗਏ ਨੇ ਉਹਨਾਂ ਦੀ ਉਸਾਰੀ, ਨੰਬਰ 3 ਕਿ ਸਿੱਖ ਇੱਕ ਵੱਖਰੀ ਕੌਮ ਹੈ, ਇਸ ਨੂੰ ਤਸਲੀਮ ਕੀਤਾ ਜਾਣਾ ਚਾਹੀਦਾ ਹੈ। ਸਾਡਾ ਇੱਕ ਵੱਖਰਾ ਨਿਆਰਾਪਨ ਹੈ। ਇਸ ਗੱਲ ਨੂੰ ਲੈ ਕਰਕੇ ਅਸੀਂ ਚਿੱਠੀ ਜਿਹੜੀ ਹੈ ਨਰਿੰਦਰ ਮੋਦੀ ਨੂੰ ਲਿਖੀ ਹੈ। ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਸਰਕਾਰ ਇਹ ਗੱਲ ਕਰ ਰਹੀ ਹੈ ਕਿ ਬਈ ਅਸੀਂ ਬਹੁਤ ਹੀ ਸਿੱਖ ਗੁਰੂਆਂ ਦਾ ਸਤਿਕਾਰ ਕਰਦੇ ਹਾਂ, ਇਹ ਪ੍ਰਚਾਰਿਆ ਜਾਂਦਾ ਬੀਜੇਪੀ ਵੱਲੋਂ, ਬਹੁਤ ਵੱਡਾ ਪ੍ਰਚਾਰ ਕੀਤਾ ਜਾਂਦਾ ਹੈ। ਅਸੀਂ ਕਹਿੰਦੇ ਠੀਕ ਹੈ, ਜੇ ਤੁਸੀਂ ਕਰਦੇ ਹੋ ਨਾ ਤਾਂ ਪ੍ਰੈਕਟੀਕਲੀ ਦੱਸੋ ਕੀ ਕਰ ਰਹੇ ਹੋ। ਇਹ ਨਹੀਂ ਹੈਗਾ ਕਿਸੇ ਸਿੱਖ ਨੂੰ ਚੁੱਕ ਕੇ ਵਾਈਸ ਚਾਂਸਲਰ ਬਣਾਤਾ, ਕਿਸੇ ਨੂੰ ਗਵਰਨਰ ਬਣਾਤਾ। ਦੈਟ ਇਜ਼ ਆਲ ਪੋਲੀਟਿਕਸ। ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ, ਉਹਨਾਂ ਮੰਗਾਂ ਨੂੰ ਪੂਰਤੀ ਕਰੋ। ਨਰਿੰਦਰ ਮੋਦੀ ਜੀ ਨੂੰ ਇਸ ਕਰਕੇ ਅਸੀਂ ਇਹ ਚਿੱਠੀ ਪਾਈ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕੀਤੀ ਜਾਵੇ ਤੇ ਲੰਮਾ ਚਿਰ ਹੋ ਗਿਆ ਜੀ ਰਿਹਾਈ ਦੀ ਗੱਲ ਕੀਤੀ ਜਾ ਰਹੀ ਸੀ, ਕਿੱਥੇ ਅੜਚਨ ਲੱਗਦੀ ਪਈ ਤੁਹਾਨੂੰ, ਕਿੱਥੇ ਅੜਿਕਾੜਿਆ ਹੈ? ਦੇਖੋ, ਅੜਚਨ ਦੀ ਗੱਲ ਕਰਾਂ ਮੈਂ, ਕੌਨਸਟੀਟਿਊਸ਼ਨਲੀ ਕੋਈ ਅੜਚਨ ਨਹੀਂ ਹੈ, ਕਿਸੇ ਅਦਾਲਤ ਵੱਲੋਂ ਕੋਈ ਅੜਚਨ ਨਹੀਂ ਹੈਗੀ। ਕੋਈ ਐਸਾ ਨਹੀਂ ਹੈਗਾ ਕਿ ਕੋਈ ਇੱਕ ਦੂਜੇ ਪਾਸੇ ਕੋਈ ਇਹੋ ਜਿਹੀ ਵਿਰੋਧਤਾ ਹੋ ਰਹੀ ਹੈ ਕਿ ਉਹਨੂੰ ਛੱਡਣਾ ਨਹੀਂ ਹੈਗਾ। ਜਿੰਨੇ ਵੀ ਰਾਈਟ ਥਿੰਕਿੰਗ ਪਰਸਨ ਨੇ, ਉਹ ਸਾਰੇ ਰਾਈਟ ਥਿੰਕਿੰਗ ਪਰਸਨ ਚਾਹੁੰਦੇ ਨੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਵੇ। ਅਤੇ ਹੁਣ ਇਹ ਬਹੁਤ ਹੀ ਈਜ਼ੀ ਪ੍ਰੋਸੈਸ ਹੈ ਇਸ ਵੇਲੇ, ਵਿਸ਼ੇਸ਼ ਤੌਰ 'ਤੇ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦਾ ਕੇਸ ਹੈ, ਪੰਜਾਬ ਵਿੱਚ ਆਪ ਦੀ ਸਰਕਾਰ, ਦਿੱਲੀ ਵਿੱਚ ਉਹਨਾਂ ਦੀ ਸਰਕਾਰ। ਇਸ ਕਰਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਮਕਾਈ ਜਿਹੜੀ ਜਾ ਰਹੀ ਹੈ, ਬਾਰ-ਬਾਰ ਇਹ ਕਿਹਾ ਜਾ ਰਿਹਾ ਇਹਨੂੰ ਪੋਸਟਪੋਨ ਕਰਤਾ ਗਿਆ। ਕੋਈ ਲੋੜ ਹੀ ਨਹੀਂ ਹੈਗੀ ਪੋਸਟਪੋਨ ਕਰਨ ਦੀ। ਲੇਕਿਨ ਕੇਜਰੀਵਾਲ ਸਾਹਿਬ ਕਹਿੰਦੇ ਐਲਜੀ ਦੇ ਹੱਥ 'ਚ ਹੈ ਸਾਰਾ ਕੁਝ ਕਰਨਾ। ਦੇਖੋ, ਇੱਦਾਂ ਹੈ ਕਿ ਲੈਫਟੀਨੈਂਟ ਗਵਰਨਰ ਦੇ ਹੱਥ ਵਿੱਚ ਕੋਈ ਗੱਲ ਨਹੀਂ ਹੈਗੀ। ਅਸੀਂ ਅਗਰ ਕਾਨੂੰਨ ਦੇ ਤੌਰ 'ਤੇ ਕੇਜਰੀਵਾਲ ਉਹਨਾਂ ਨੂੰ ਮੈਂ ਸੱਦਾ ਦਿੰਦਾ ਕਿ ਕੇਜਰੀਵਾਲ ਆ ਕੇ ਇੱਥੇ ਕੁਰਸੀ 'ਤੇ ਬਹਿ ਜਾਣ, ਦੂਜੇ ਪਾਸੇ ਅਸੀਂ ਬੈਠਾਂਗੇ, ਅਸੀਂ ਡਾਕੂਮੈਂਟਸ ਦੇ ਬੇਸ 'ਤੇ ਗੱਲ ਕਰਾਂਗੇ, ਉਹ ਸਾਨੂੰ ਦੱਸ ਦੇਣ ਕਿ ਫਾਈਲ ਦਾ ਸਟੇਟਸ ਕੀ ਹੈ ਅਤੇ ਅਸੀਂ ਦੱਸ ਦਿਆਂਗੇ ਕਾਨੂੰਨ ਕੀ ਕਹਿੰਦਾ ਹੈ। ਲੇਕਿਨ ਤੁਸੀਂ ਕਹਿ ਰਹੇ ਕਿ ਵਿਰੋਧ ਨਹੀਂ ਹੈਗਾ। ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਰਵਨੀਤ ਸਿੰਘ ਬਿੱਟੂ ਕੌਮ ਨੂੰ ਰਿਪਰੈਜ਼ੈਂਟ ਨਹੀਂ ਕਰਦਾ, ਉਹ ਸਿੱਖ ਕੌਮ ਦਾ ਨੁਮਾਇੰਦਾ ਨਹੀਂ ਹੈ। ਉਹ ਕੇਵਲ ਅਤੇ ਕੇਵਲ ਬੇਅੰਤ ਸਿੰਘ ਪਰਿਵਾਰ ਦੀ ਇੱਕ ਕੜੀ ਹੈ। ਉਹਦੇ ਬੋਲਣ ਨਾਲ ਸਿੱਖ ਕੌਮ ਨੇ ਆਪਣਾ ਮੁੱਦਾ ਨਹੀਂ ਚੇਂਜ ਕਰ ਲੈਣਾ। ਅਤੇ ਇੱਕ ਗੱਲ ਚੇਤੇ ਕਰ ਦਈਏ ਕਿ ਐਸੇ ਵਿਅਕਤੀ ਜਿਹੜੇ ਨੇ ਉਹ ਸਹੀ ਮਾਇਨੇ ਵਿੱਚ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਅਨਰੈਸਟ ਬਣੀ ਰਹੇ। ਜਿਹੜੇ ਬੰਦੇ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਹੈਗੇ ਨੇ, ਮੈਨੂੰ ਦੱਸੋ ਕਿ ਇੱਕ ਵੀ ਬੰਦਾ ਕੋਈ ਕਹਿ ਦੇ, ਕੋਈ ਸਰਕਾਰ ਕਹਿ ਦੇ ਕਿ ਵੀ ਇਹਨਾਂ ਦਾ ਕੰਡਕਟ ਮਾੜਾ ਹੈ, ਅਸੀਂ ਰਿਹਾਈ ਦੀ ਮੰਗ ਡਰੋਪ ਕਰ ਦਿਆਂਗੇ। ਸਾਰਿਆਂ ਦੇ ਕੰਡਕਟ ਐਸ ਪਰ ਦਾ ਪੁਲਿਸ ਵਰਸ਼ਨ CID ਰਿਪੋਰਟਸ, ਇਹਨਾਂ ਸਾਰੇ ਦੇ ਕੰਡਕਟ ਬਹੁਤ ਚੰਗੇ ਨੇ। ਇਹਦਾ ਮਤਲਬ ਇੱਕ ਰਾਜਨੀਤਿਕ ਕਾਰਨਾਂ ਕਰਕੇ ਇਹਨਾਂ ਨੂੰ ਕੁਝ ਸਟੈਪ ਚੁੱਕਣੇ ਪਏ। ਇਹਨਾਂ ਦੇ ਪਰਸਨਲ ਤੌਰ 'ਤੇ ਕਿਸੇ ਪ੍ਰਕਾਰ ਦਾ ਕਿਸੇ ਕਮਿਊਨਿਟੀ ਨਾਲ, ਕਿਸੇ ਵਿਅਕਤੀ ਨਾਲ ਕੋਈ ਦਵੇਸ਼ ਨਹੀਂ ਸੀਗਾ, ਕੋਈ ਲਾਗਤਬਾਜ਼ੀ ਨਹੀਂ ਸੀਗੀ। ਇਹ ਤਾਂ ਇੱਕ ਹਾਲਾਤ ਦੇ ਕਰਕੇ ਇਹਨਾਂ ਨੇ ਇਹ ਕੁਰਬਾਨੀਆਂ ਕੀਤੀਆਂ, ਇਹ ਸਾਰਾ ਕੁਝ ਸੰਤਾਪ ਹੰਡਾਇਆ। ਸੋ ਇਸ ਕਰਕੇ ਪੰਜਾਬ ਦੇ ਮਾਹੌਲ ਨੂੰ ਇਹ ਖਰਾਬ ਕਰਨ ਵਾਲੇ ਨਹੀਂ ਹੈਗੇ, ਇਹ ਪੰਜਾਬ ਦੇ ਮਾਹੌਲ ਦੇ ਰਾਖੇ ਨੇ। ਪੰਜਾਬ ਦੇ ਮਾਹੌਲ ਦੀ ਗੱਲ ਕੀਤੀ ਹੈ, ਲੇਕਿਨ ਲੱਗਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਿੱਖ ਕੌਮ ਨੂੰ ਜੋ ਤੁਸੀਂ ਡਿਮਾਂਡ ਕਰ ਰਹੇ ਹੋ ਉਹ ਪੂਰੀ ਕਰ ਪਾਉਣਗੇ। ਲੱਗਦਾ ਕੋਈ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਪੁਰਬ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਵੀ ਕਿਸਾਨੀ ਅੰਦੋਲਨ ਨੂੰ ਇੱਕਦਮ ਹੀ ਪਿੱਛੇ ਕਰ ਦਿੱਤਾ ਗਿਆ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਗੱਲ ਕੀਤੀ ਜਾਵੇ, ਦੁਬਾਰਾ ਤੋਂ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਇਨੀਸ਼ੀਏਟਿਵ ਕਰਕੇ ਇਹ ਦੁਬਾਰਾ ਖੋਲ੍ਹਿਆ। ਤੁਹਾਨੂੰ ਆਸ ਲੱਗਦੀ ਹੈ ਜਿਹੜੀ ਤੁਸੀਂ ਇਹ ਲੈਟਰ ਲਿਖੀ ਹੈ, ਔਰ ਖਾਸ ਤੌਰ 'ਤੇ ਪੰਜਾਬੀ 'ਚ ਲੈਟਰ ਲਿਖੀ ਹੈ ਇਸ ਵਾਰ? ਦੇਖੋ, ਪੰਜਾਬੀ 'ਚ ਲੈਟਰ ਲਿਖਣ ਦਾ ਇੱਕ ਵੱਡਾ ਕਾਰਨ ਇਹ ਸੀਗਾ, ਇੱਕ ਤਾਂ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਆਪਣੀ ਸਾਰੀ ਗੱਲ, ਆਪਣੇ ਜਜ਼ਬਾਤਾਂ ਨੂੰ ਪ੍ਰਗਟ ਕਰ ਸਕਦੇ ਹਾਂ। ਐਸਾ ਨਹੀਂ ਹੈ ਕਿ ਮੈਂ ਇੰਗਲਿਸ਼ ਵਿੱਚ ਲੈਟਰ ਨਹੀਂ ਲਿਖ ਸਕਦਾ, ਆਈ ਕੈਨ ਰਾਈਟ ਦ ਲੈਟਰ ਇਨ ਇੰਗਲਿਸ਼ ਆਲਸੋ। ਲੇਕਿਨ ਮੈਂ ਪ੍ਰੈਫਰ ਕੀਤਾ
ਅਸੀਂ ਸਾਰਿਆਂ ਨੇ ਸਲਾਹ ਕੀਤੀ ਕਿ ਭਈ ਅਸੀਂ ਇਸ ਨੂੰ ਪੰਜਾਬੀ ਵਿੱਚ ਲਿਖੀਏ, ਆਪਣੀ ਮਾਂ ਬੋਲੀ 'ਚ, ਕਿਉਂਕਿ ਪ੍ਰਧਾਨ ਮੰਤਰੀ ਕੋਲ ਤਾਂ ਇੱਕਦਮ ਇਹ ਚੀਜ਼ ਨੇ ਕਨਵਰਟ ਹੋ ਜਾਣਾ ਜਾ ਕਰਕੇ ਇੰਗਲਿਸ਼ ਵਿੱਚ। ਉਹਨਾਂ ਕੋਲ ਜੇ ਚਿੱਠੀ ਜਾਣੀ ਹੈ, ਪਹੁੰਚ ਜਾਣੀ ਹੈ, ਖੋਲ੍ਹਣਗੇ ਜਦ ਫਾਈਲ, ਅਤੇ ਪ੍ਰਧਾਨ ਮੰਤਰੀ ਕੋਲ ਜੇ ਪੁੱਟਅਪ ਹੋਣੀ ਹੈ ਜਾਂ ਉਹਨਾਂ ਦੇ ਆਫਿਸ ਵਿੱਚ ਪੁੱਟਅਪ ਹੋਣੀ ਹੈ, ਤਾਂ ਉਹਨਾਂ ਨੇ ਉਸ ਵੇਲੇ ਦੀ ਟਰਾਂਸਲੇਸ਼ਨ ਕਰ ਲੈਣੀ ਹੈ। ਈਮੇਲ ਭੇਜ ਰਹੇ ਹੋ? ਬਾਈ ਈਮੇਲ ਚਿੱਠੀ ਭੇਜੀ ਹੈ। ਤਾਂ ਇਸ ਕਰਕੇ ਇਹ ਅਸੀਂ ਇੱਕ ਆਸ਼ਾਵਾਦੀ ਵਿਅਕਤੀ ਹਾਂ। ਅਸੀਂ ਜੰਗ ਦੇ ਮੈਦਾਨ ਵਿੱਚ ਹੋਈਏ ਤਾਂ ਵੀ ਆਸ਼ਾਵਾਦੀ ਹਾਂ। ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕਰਦੀਆਂ ਸਾਡੀ ਮਾਵਾਂ ਪੀਸਦੀਆਂ ਰਹੀਆਂ, ਉਹ ਵੀ ਆਸ਼ਾਵਾਦੀ ਸੀਗੀਆਂ। ਚਰਖੜੀਆਂ 'ਤੇ ਜਦ ਚੜ੍ਹਦੇ ਆ ਨਾ, ਬੰਦ ਕਟਾਉਂਦੇ ਹਾਂ, ਤਾਂ ਉਸ ਵੇਲੇ ਵੀ ਅਸੀਂ ਆਸ਼ਾਵਾਦੀ ਹੁੰਦੇ ਹਾਂ। ਚਿੱਠੀ ਲਿਖੀਏ ਤਾਂ ਵੀ ਅਸੀਂ ਆਸ਼ਾਵਾਦੀ ਹਾਂ, ਪ੍ਰੋਟੈਸਟ ਕਰਾਂਗੇ ਤਾਂ ਵੀ ਆਸ਼ਾਵਾਦੀ ਹਾਂ। ਗੁਰਬਾਣੀ ਨੇ ਸਾਨੂੰ ਤਕਲੀਫ ਕਰਦਿਆਂ ਸਾਨੂੰ ਕਿਤੇ ਨਿਰਾਸ਼ਾਵਾਦੀ ਹੋਣ ਦਾ ਉਪਦੇਸ਼ ਨਹੀਂ ਦਿੱਤਾ। ਲੇਕਿਨ ਪ੍ਰੋਫੈਸਰ ਸਾਹਿਬ, ਲੱਗਦਾ ਨਹੀਂ ਪ੍ਰੈਸ਼ਰ ਗਰੁੱਪ ਨਹੀਂ ਬਣ ਪਾਇਆ ਜਿਸ ਤਰ੍ਹਾਂ ਪ੍ਰੈਸ਼ਰ ਹੋਣਾ ਚਾਹੀਦਾ ਸੀਗਾ ਇੱਕ, ਕਿ ਅਗਰ 32-33 ਸਾਲ ਹੋ ਚੁੱਕੇ ਨੇ ਸਾਡੇ ਜਿਹੜੇ ਬੰਦੀ ਸਿੰਘ ਨੇ, ਉਹਨਾਂ ਨੂੰ ਰਿਹਾਈ ਦਿਵਾਉਣ ਵਾਸਤੇ, ਕਿ ਲੱਗਦਾ ਨਹੀਂ ਪ੍ਰੈਸ਼ਰ ਗਰੁੱਪ ਨਹੀਂ ਇਹ ਰੇਜ਼ ਕਰ ਪਾਏ? ਤੁਹਾਡੀ ਗੱਲ 100% ਠੀਕ ਹੈ। ਤੁਸੀਂ ਠੀਕ ਸਵਾਲ ਕਰ ਰਹੇ ਹੋ ਕਿ ਜਿਸ ਵੇਲੇ ਅਕਾਲੀ ਦਲ ਭਾਈਵਾਲ ਸੀਗਾ ਸੈਂਟਰ ਦੇ ਵਿੱਚ, ਮੋਰਾਰਜੀ ਦੇਸਾਈ ਦੇ ਵੇਲੇ ਵੀ ਇਹ ਭਾਈਵਾਲ ਸੀਗੇ। ਜਿਸ ਵੇਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਸੀਗੇ, ਉਸ ਵੇਲੇ ਵੀ ਭਾਈਵਾਲ ਸੀਗੇ। ਮੋਦੀ ਸਰਕਾਰ ਦੇ ਨਾਲ 2 ਵਾਰੀ ਭਾਈਵਾਲ ਰਹੇ ਨੇ, 2 ਵਾਰੀ ਭਾਈਵਾਲ ਰਹੇ ਨੇ। ਇਹ ਤਾਂ ਹੁਣ ਕਿਸਾਨੀ ਅੰਦੋਲਨ ਕਰਕੇ ਛੱਡ ਕੇ ਬਾਹਰ ਆ ਗਏ ਨੇ, ਵਰਨਾ ਇਹ ਭਾਈਵਾਲ ਰਹੇ ਨੇ। ਹੋਰ ਦੁਖਾਂਤ ਸਾਡੇ ਸਾਹਮਣੇ ਆਇਆ ਕਿ ਜਿਹੜੀ ਸਾਡੀ ਇੱਕ ਲੀਡਰਸ਼ਿਪ ਜੋ ਕਿ ਸਿੱਖ ਸਿਆਸਤ ਨੂੰ ਰਿਪਰੈਜ਼ੈਂਟ ਕਰਦੀ ਸੀ ਅਕਾਲੀਆਂ ਦੇ ਰੂਪ ਦੇ ਵਿੱਚ, ਉਹਨਾਂ ਨੇ ਕਦੀ ਜਾ ਕਰਕੇ ਸੁਹਿਰਦਤਾ ਦੇ ਨਾਲ ਜਿਹੜਾ ਹੈ ਸਾਡੇ ਮੁੱਦੇ ਨਹੀਂ ਉਠਾਏ। ਮੁੱਦੇ ਨਾ ਉਠਾਉਣ ਕਰਕੇ ਸਾਡਾ ਜਿਹੜਾ ਚੰਡੀਗੜ੍ਹ ਦਾ ਮਸਲਾ ਹੈ, SYL ਦਾ ਮਸਲਾ ਹੈਗਾ, ਪਾਣੀਆਂ ਦਾ, ਹੁਣ ਭਾਖੜਾ ਡੈਮ ਦਾ ਮਸਲਾ ਆ ਗਿਆ, ਹੁਣ ਸਾਡੇ ਕੋਲ ਪੰਜਾਬੀ ਬੋਲੇ ਇਲਾਕੇ ਦੀ ਗੱਲਾਂ ਆ ਗਈਆਂ। ਸੋ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਕਿ ਬਹੁਤ ਪਹਿਲਾਂ, ਕੁਝ ਡੈਕੇਡਸ ਪਹਿਲਾਂ, ਕੁਝ ਦਹਾਕੇ ਪਹਿਲਾਂ ਇਸ ਮਸਲੇ ਹੱਲ ਹੋ ਜਾਣੇ ਚਾਹੀਦੇ ਸੀਗੇ। ਲੇਕਿਨ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਆਪਣੇ ਸਵਾਰਥ ਨੂੰ ਜ਼ਿਆਦਾ ਪਾ ਲਿਆ। ਉਹਨਾਂ ਨੇ ਪੰਜਾਬ ਦੇ ਹਿੱਤਾਂ ਨੂੰ ਅਤੇ ਸਿੱਖਾਂ ਦੇ ਹਿੱਤਾਂ ਨੂੰ ਉਹਨਾਂ ਨੇ ਪਹਿਰੇਦਾਰੀ ਨਹੀਂ ਕੀਤੀ, ਜਿਹਦੇ ਕਰਕੇ ਅੱਜ ਕੀ ਹੋ ਗਿਆ ਕਿ ਪੰਜਾਬ ਦੀ ਸਿਆਸਤ ਜਿਹੜੀ ਹੈ, ਸਿੱਖ ਸਿਆਸਤ ਜਿਹੜੀ ਵਿਸ਼ੇਸ਼ ਤੌਰ 'ਤੇ ਮੈਂ ਗੱਲ ਕਰਾਂ, ਉਹਦੇ ਵਿੱਚੋਂ ਇਹ ਬਾਦਲ ਪਰਿਵਾਰ ਮੰਨਫੀ ਹੋ ਗਿਆ, ਜਿਹਦੇ ਕਰਕੇ ਅੱਜ ਇੱਕ ਵੈਕਿਊਮ ਕ੍ਰੀਏਟ ਹੋ ਰਿਹਾ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਈ ਅਸੀਂ ਪ੍ਰੈਸ਼ਰ ਗਰੁੱਪ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ। ਇਸ ਕਰਕੇ ਲੇਕਿਨ ਜਦੋਂ ਪ੍ਰੋਫੈਸਰ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ ਰਿਹਾਈ ਦੀ, ਉਹ ਸਿਗਨੇਚਰ ਮੁਹਿੰਮਸ ਬੜੀਆਂ ਸ਼ੁਰੂ ਕੀਤੀਆਂ ਗਈਆਂ। ਕੀ ਲੱਗਦਾ ਨਹੀਂ ਕਿ ਇਸ ਤਰ੍ਹਾਂ ਦਾ ਪ੍ਰੈਸ਼ਰ ਹੋਰ ਬਣਾਉਣਾ ਚਾਹੀਦਾ, ਜਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹੋਵੇ, ਕਿ ਜਦੋਂ ਵਿਦੇਸ਼ਾਂ ਤੋਂ ਆਉਂਦੇ ਲੋਕ ਨੇ ਉਹ ਸਿਗਨੇਚਰ ਮੁਹਿੰਮ ਦੇ ਤਹਿਤ ਦੱਸਿਆ ਜਾ ਸਕੇ? ਕਿਉਂਕਿ ਫਾਂਸੀ ਦੀ ਸਜ਼ਾ ਜਾਂ ਕੁਝ ਇਸ ਤਰ੍ਹਾਂ ਦੀਆਂ ਸਜ਼ਾ ਜਿਹੜੀਆਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ, ਖਤਮ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਾਉਣ ਦੀ ਵੀ ਜ਼ਰੂਰਤ ਹੈ? ਡੈਫੀਨੇਟਲੀ ਪੋਲੀਟੀਕਲ ਪ੍ਰੈਸ਼ਰ ਜਿਹੜਾ ਹੈ ਸਮੱਸਿਆਵਾਂ ਦਾ ਹੱਲ ਕਰ ਦਿੰਦਾ ਹੈ। ਜਦ ਤੱਕ ਸਾਡਾ ਪੋਲੀਟੀਕਲ ਪ੍ਰੈਸ਼ਰ ਕੋਈ ਨਹੀਂ ਬਣੇਗਾ, ਸਰਕਾਰ ਦੇ ਸਾਹਮਣੇ ਤਦ ਤੱਕ ਸਾਡੀ ਮੰਗਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਲਟਕਦੀਆਂ ਰਹਿਣਗੀਆਂ। ਸੋ ਅੱਜ ਲੋੜ ਹੈ ਇੱਕ ਪੋਲੀਟੀਕਲ ਪ੍ਰੈਸ਼ਰ ਬਿਲਡਅਪ ਕਰਨ ਦੀ, ਔਰ ਉਹਦੇ ਵਾਸਤੇ ਜੋ ਨਜ਼ਰ ਆ ਰਿਹਾ ਹੈ ਕਿ ਇੱਕ ਚੰਗੇ ਸਿੱਖ ਆਗੂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਜੋ ਕਿ ਸਾਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲ ਸਕੇ। ਉਸ ਆਗੂ ਦੀ ਘਾਟ ਕਰਕੇ ਅਸੀਂ ਜਿਹੜਾ ਸੰਤਾਪ ਹੈ ਉਹਦਾ ਪੀਰੀਅਡ ਦਿਨ ਪੇ ਦਿਨ ਵੱਧਦਾ ਪਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕੀਤੀ ਜਾਂਦੀ ਹੈ ਕੁਛ ਨਾ ਕੋਈ ਐਸਾ ਕੋਈ ਹੱਲ ਨਿਕਲੇਗਾ ਜਿਹਦੇ ਨਾਲ ਕਿ ਸਿੱਖਾਂ ਨੂੰ ਕੋਈ ਲੀਡਰਸ਼ਿਪ ਮਿਲੇ ਅਤੇ ਸਾਡਾ ਸੰਤਾਪ ਖਤਮ ਹੋਏ। ਆਸ ਹੈਗੀ ਆ ਜੀ ਪ੍ਰਧਾਨ ਮੰਤਰੀ ਤੋਂ? ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਜੇ ਚਿੱਠੀ ਲਿਖ ਰਹੇ ਹਾਂ ਅਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਗੁਰੂ ਨੂੰ ਧਿਆਨ ਵਿੱਚ ਰੱਖ ਕੇ ਚਿੱਠੀ ਲਿਖੀ ਹੈ। ਔਰ ਚੇਤੇ ਰੱਖਿਓ, ਜਿਸ ਵੇਲੇ ਕੋਈ ਖੇਡ ਵਰਤਣੀ ਹੈ ਨਾ, ਤਾਂ ਗੁਰੂ ਨਾਨਕ ਸਾਹਿਬ ਦੀ ਖੇਡ ਵਰਤਣੀ ਹੈ। ਅਗਰ ਮੈਂ ਇਹ ਕਹਾਂ ਕਿ ਆਪ ਦੀ ਹਨੇਰੀ ਕਰਕੇ ਬਾਦਲ ਪਰਿਵਾਰ ਰਾਈਟ ਆਫ ਹੋ ਗਿਆ, ਮੈਂ ਸਮਝਦਾ ਕਿ ਨਹੀਂ, ਇਹ ਅਕਾਲ ਪੁਰਖ ਦੀ ਖੇਡ ਵਰਤੀ ਹੈ। ਔਰ ਉਸ ਖੇਡ ਵਿੱਚ ਕਾਰਨ ਕੀ ਬਣਿਆ? ਇਹਨਾਂ ਲੋਕਾਂ ਨੇ ਝੂਠੀਆਂ ਸਹੁੰਆਂ ਚੁੱਕੀਆਂ, ਇਹਨਾਂ ਨੇ ਗੁਰਮੀਤ ਰਾਮ ਰਹੀਮ ਨਾਲ ਯਾਰੀ ਪਾ ਕੇ ਰੱਖੀ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਮਿੱਥ ਕੇ ਕੀਤੀਆਂ, ਬਾਈਬਲ ਕਲਾ ਦਾ ਇਹਨਾਂ ਨੇ ਖੁਦ ਆਪ ਕੀਤਾ। ਸੋ ਕੁੱਲ ਮਿਲਾ ਕਰਕੇ ਦੇਖਿਆ ਜਾਏ ਤਾਂ ਇਹ ਗੁਰੂ ਨਾਨਕ ਸਾਹਿਬ ਦੀ ਖੇਡ ਵਰਤੀ ਹੈ, ਜਿਹਦੇ ਕਰਕੇ ਇਹ ਸਿਆਸਤ ਤੋਂ ਰਾਈਟ ਆਫ ਹੋਏ ਨੇ। ਹੋਰ ਚੇਤੇ ਰੱਖਿਓ ਇਹ ਗੱਲ ਨੂੰ ਕਿ ਜਿਸ ਵੇਲੇ ਗੁਰੂ ਦੀ ਖੇਡ ਵਰਤਦੀ ਹੈ ਨਾ, ਤਾਂ ਇਹ ਗੁਰੂ ਦੀ ਖੇਡ ਜਦ ਵਰਤੀ ਜਾਂਦੀ ਹੈ ਨਾ, ਤੇ ਦਿੱਲੀ ਗੁਰੂ ਵਾਸਤੇ ਦੂਰ ਨਹੀਂ ਹੈਗੀ। ਦਿੱਲੀ ਜਿਹੜੀ ਹੈ ਗੁਰੂ ਵਾਸਤੇ ਦੂਰ ਨਹੀਂ ਹੈਗੀ। ਗੁਰੂ ਕਿਧਰੇ ਵੀ ਆਪਣੀ ਕਲਾ ਵਰਤਾ ਸਕਦਾ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਨਰਿੰਦਰ ਮੋਦੀ
ਗੁਰੂ ਤੇਗ ਬਹਾਦਰ ਸਾਹਿਬ ਤੋਂ ਦੇ ਉਪਦੇਸ਼ਾਂ ਤੋਂ ਸਿੱਖਿਆ ਲੈਂਦੇ ਹੋਏ ਉਹ ਇਸ ਜਿਹੜੇ ਸਾਡੇ ਮਨੁੱਖੀ ਅਧਿਕਾਰਾਂ ਦੇ ਹਨਨ ਹੋ ਰਿਹਾ ਹੈ ਉਹਦੇ ਪਾਸੇ ਧਿਆਨ ਦੇ ਕਰਕੇ ਬੰਦੀ ਸਿੰਘਾਂ ਨੂੰ ਰਿਹਾਈ ਕਰਨ, ਗੁਰਦੁਆਰੇ ਰੀਬਿਲਡ ਕੀਤੇ ਜਾਣ ਅਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਰੂਪ ਦੇ ਵਿੱਚ ਜਿਹੜਾ ਹੈ ਮਾਨਤਾ ਮਿਲਣੀ ਚਾਹੀਦੀ ਹੈ। ਅੱਜ ਤੁਸੀਂ ਜਾ ਕਰਕੇ ਇੰਡੀਆ ਦੇ ਵਿੱਚ ਕਿਸੇ ਵੀ ਕੈਂਟੋਨਮੈਂਟ ਵਿੱਚ ਜਾ ਕੇ ਦੇਖੋ, ਮੇਰੇ ਲਾਗੇ ਬੈਠੇ ਨੇ ਦਲਜੀਤ ਸਿੰਘ ਜੀ ਗਿੱਲ ਬੈਠੇ ਨੇ, ਇਹ ਬਲਦੇਵ ਸਿੰਘ ਜੀ ਬੈਠੇ ਨੇ, ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਭਈ ਜਿੰਨੇ ਵੀ ਇੰਡੀਆ ਵਿੱਚ ਕੈਂਟੋਨਮੈਂਟਸ ਨੇ ਜਿੱਥੇ ਆਰਮੀ ਹੈ ਉਹਨਾਂ ਦੇ ਆਮ ਤੌਰ 'ਤੇ ਮੁੱਖ ਦੁਆਰ 'ਤੇ ਲਿਖਿਆ ਹੁੰਦਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ। ਹੁਣ ਨਿਸ਼ਚੈ ਕਰ ਆਪਣੀ ਜੀਤ ਕਰੋ ਇਹ ਤਾਂ ਤੁਹਾਨੂੰ ਸੂਟ ਕਰਦਾ ਹੈ ਕਿਉਂ ਇਹਦੇ ਨਾਲ ਗੋਰਖਾ ਬਟਾਲੀਅਨ ਹੈ ਉਹਦਾ ਵੀ ਮਨੋਬਲ ਵੱਧਦਾ ਹੈ, ਮਦਰਾਸ ਬਟਾਲੀਅਨ ਹੈ ਉੱਥੇ ਉਹਨਾਂ ਵੀ ਮਨੋਬਲ ਵੱਧਦਾ ਹੈ। ਨਿਸ਼ਚੈ ਕਰ ਆਪਣੀ ਜੀਤ ਕਰੋ। ਔਰ ਲਿਖਣ ਵਾਲਾ ਕੌਣ ਹੈ? ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ। ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਇਹ ਵੀ ਲਿਖਤਾ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਇਹ ਵੀ ਲਿਖੋ, ਸਿੱਖਾਂ ਦੀ ਕਿਰਪਾਨਾਂ ਦੇ ਉੱਤੇ ਬੈਨ ਨਾ ਲਗਾਓ, ਸਿੱਖਾਂ ਦੇ ਕਕਾਰਾਂ ਉੱਤੇ ਬੈਨ ਨਾ ਲਗਾਓ। ਇਹ ਥੋੜ੍ਹਾ ਹੈਗਾ ਕਿ ਜਿਹੜਾ ਦੇਸ਼ ਨੂੰ ਸੂਟ ਕਰਦੀ ਗੱਲ ਉਹ ਚੀਜ਼ ਤੁਸੀਂ ਲਿਖਤੀ ਜਿਹਦੀ ਕਿ ਆਰਮੀ ਨੂੰ ਮੋਟੀਵੇਸ਼ਨ ਮਿਲਦੀ ਰਹੇ, ਆਰਮੀ ਜਿਹੜੀ ਹੈ ਉਹ ਜਾ ਕਰਕੇ ਬਾਰਡਰ 'ਤੇ ਜਾ ਕਰਕੇ ਉਹਦਾ ਮਨੋਬਲ ਡਿੱਗੇ ਨਾ। ਨਿਸ਼ਚੈ ਕਰ ਆਪਣੀ ਜੀਤ ਕਰੋ। ਉਸ ਵੇਲੇ ਤਾਂ ਦੇਸ਼ ਸ਼ਿਵਾ ਵਰ ਮੋਹੇ ਦੇ ਜਿਹੜੇ ਨੇ ਉਹ ਸ਼ਬਦ ਚਲਾਏ ਜਾਂਦੇ ਨੇ। ਉਸ ਵੇਲੇ ਵੰਦੇ ਮਾਤਰਮ ਵਾਲੇ ਕਿੱਥੇ ਚਲ ਜਾਂਦੇ ਨੇ? ਵੰਦੇ ਮਾਤਰਮ ਵਾਲੇ ਨਜ਼ਰ ਨਹੀਂ ਆਉਂਦੇ। ਅੱਜ ਅਗਰ ਕੋਈ ਦੇਸ਼ ਭਾਰਤ 'ਤੇ ਅਟੈਕ ਕਰਦੇ ਨਾ ਤੇ ਵੰਦੇ ਮਾਤਰਮ ਵਾਲੇ ਜਿਹੜੇ ਰਜਾਈਆਂ ਲਾ ਕੇ ਸੁੱਤੇ ਹੋਣਗੇ ਉੱਥੇ ਫਿਰ ਕਲਗੀਧਰ ਪਾਤਸ਼ਾਹ ਦਾ ਖਾਲਸਾ ਹੀ ਬੋਲਦਾ ਹੈ। ਚੀਨ ਵਿੱਚ ਇੱਦਾਂ ਹੀ ਹੋਇਆ ਨਾ, ਇੱਕ ਇਕੱਲੇ ਸਿੱਖ ਨੇ ਜਿਹੜੇ ਇੱਕ ਇਕੱਲੇ ਸਿੱਖ ਨੇ ਜਿਹੜੇ ਸੀ ਢੇਰਾਂ ਦੇ ਢੇਰ ਚਾਈਨਾ ਦੇ ਲਾਤੇ ਲਾਸ਼ਾਂ ਦੇ। ਸੋ ਕਹਿਣ ਤੋਂ ਮੇਰਾ ਮਤਲਬ ਹੈਗਾ ਕਿ ਜੇ ਗੁਰੂ ਦੀ ਗੱਲ ਲੈ ਕਰਕੇ ਤੁਸੀਂ ਆਰਮੀ ਵਿੱਚ ਇੱਕ ਸਪਿਰਿਟ ਫੂਕਦੇ ਹੋ, ਸਪਿਰਿਟ ਪਾਉਂਦੇ ਹੋ, ਠੀਕ ਹੈ, ਅਤੇ ਫਿਰ ਗੁਰੂ ਦੀ ਗੱਲ ਸੁਣਦੇ ਹੋਏ ਤੁਸੀਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਕਿਉਂ ਕਰਦੇ ਹੋ? ਉਹ ਵੀ ਤਾਂ ਉਹ ਗੁਰੂ ਹੈ ਨਾ ਜਿਹੜਾ ਸਾਰਿਆਂ ਨੂੰ ਇੱਕ ਨਿਗਾਹ ਨਾਲ ਵੇਖਦਾ ਹੈ, ਅਤੇ ਤੁਸੀਂ ਵੀ ਇੱਕ ਨਿਗਾਹ ਨਾਲ ਸਾਰਿਆਂ ਨੇ ਵੇਖੋ। ਸਗਲ ਸੰਗ ਹਮਕੋ ਬਣਾਈ ਵਾਲੀ ਗੱਲ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਅਸੀਂ ਚਿੱਠੀ ਲਿਖੀ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਪਤਾ ਲੱਗ ਸਕੇ। ਮੈਂ ਇਸ ਚਿੱਠੀ ਦੇ ਵਿੱਚ ਅਸੀਂ ਗੁਰਬਾਣੀ ਨਹੀਂ ਕੋਟ ਕੀਤੀ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਉਪਦੇਸ਼ਾਂ ਤੋਂ ਸਬਕ ਲੈਣ ਦੀ ਗੱਲ ਜ਼ਰੂਰ ਕੀਤੀ ਹੈ। ਸੋ ਇਹ ਸਨ ਪ੍ਰੋਫੈਸਰ ਸਾਹਿਬ ਜਿਨ੍ਹਾਂ ਵੱਲੋਂ ਇੱਕ ਲੈਟਰ ਜਿਹੜੀ ਆ ਉਹ ਲਿਖੀ ਗਈ ਆ। ਲੈਟਰ ਦੇ ਵਿੱਚ 3 ਮੁੱਖ ਮੰਗਾਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ, ਜਿਸ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਅਤੇ ਜੋ ਗੁਰਦੁਆਰਾ ਸਾਹਿਬ ਜਿਹੜੇ ਨੇ ਢਹਿ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਅਤੇ ਜਿਹੜੀ ਸਿੱਖ ਕੌਮ ਹੈ ਉਹਨੂੰ ਵੱਖਰਾ ਜਿਹੜਾ ਦਰਜਾ ਦੇਣ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਲੈਟਰਸ ਜਿਹੜੀਆਂ ਨੇ ਉਹ ਪਹਿਲਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀਆਂ ਨੂੰ ਲਿਖੀਆਂ ਜਾ ਚੁੱਕੀਆਂ ਨੇ, ਲੇਕਿਨ ਇਸ ਵਾਰ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜੋ ਹੈ ਹੁਣ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਵੀ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈਟਰ ਲਿਖੀ ਗਈ ਹੈ ਅਤੇ ਇਹਨਾਂ ਨੂੰ ਆਸ ਹੈ ਕਿ ਇਸ 'ਤੇ ਜਿਹੜੀ ਆ ਜੋ ਇਹਨਾਂ ਦੀ ਡਿਮਾਂਡਸ ਨੇ ਉਹਨਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ ਇਸ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਇਨੀਸ਼ੀਏਟਿਵ ਲੈਂਦੇ ਨੇ ਅਤੇ ਇਸ ਉੱਤੇ ਕੀ ਜਵਾਬ ਇਹਨਾਂ ਨੂੰ ਮਿਲਦਾ ਹੈ। ਕੈਮਰਾਮੈਨ ਮਨੋਜ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।